ਸ਼੍ਰੀ ਅਕਾਲ ਸਾਰਿਆਂ ਨੂੰ, ਹੈਪੀ ਦੀਵਾਲੀ ਜੀ। ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਰਹਿਣ, ਪਰਮਾਤਮਾ ਤੁਹਾਡੇ ਸੁਪਨੇ ਜ਼ਰੂਰ ਪੂਰੇ ਕਰਨ। ਪੀਸਟੈਟ 2 ਆਪਾਂ 2011 ਦਾ ਹੁਣ ਤੁਹਾਡੇ ਨਾਲ ਸ਼ੇਅਰ ਕਰਾਂਗੇ, ਸੋਸ਼ਲ ਸਟੱਡੀਜ਼ ਐਂਡ ਸੋਸ਼ਲ ਸਾਇੰਸ। ਪੜ੍ਹਨ ਨੂੰ ਤੁਹਾਡੇ ਕੋਲੇ ਕਿਤਾਬਾਂ ਵੀ ਬਹੁਤ ਨੇ, ਕਿਤਾਬਾਂ 'ਚੋਂ ਵੀ ਤੁਸੀਂ ਪੜ੍ਹ ਸਕਦੇ ਹੋ, ਲੇਕਿਨ ਜਦੋਂ ਕਿਸੇ ਚੀਜ਼ ਨੂੰ ਦੇਖ ਕੇ ਤੇ ਸੁਣ ਕੇ ਆਪਾਂ ਦੋਨੇ ਚੀਜ਼ਾਂ ਨਾਲ ਕਰਦੇ ਤਾਂ ਉਹ ਚੀਜ਼ ਲੰਬੇ ਸਮੇਂ ਤੱਕ ਯਾਦ ਰਹਿੰਦੀ ਹੈ ਤੇ ਕੁਛ ਇੱਕ ਗੱਲਾਂ ਪਤਾ ਲੱਗਦੀਆਂ ਨੇ। ਐਂਡ ਦੇ ਵਿੱਚ ਵੀ ਮੈਂ ਤੁਹਾਨੂੰ ਕੁਛ ਇੱਕ ਨੁਕਤੇ ਦਿੰਦਾ ਹੁੰਦਾ ਤੇ ਮੋਟੀਵੇਸ਼ਨ ਹੈ। ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਆਪ ਉੱਤੇ ਵਿਸ਼ਵਾਸ ਰੱਖੋ। ਕੋਈ ਵੀ ਟੈਸਟ ਇਹੋ ਜਿਹਾ ਨਹੀਂ ਬਣਿਆ ਜਿਹੜਾ ਆਪਾਂ ਕਲੀਅਰ ਨਹੀਂ ਕਰ ਸਕਦੇ। ਬਸ ਲੋੜ ਹੈ ਫੋਕਸ ਦੀ, ਜਨੂਨ ਦੀ, ਜਜ਼ਬੇ ਦੀ। ਚਲੋ ਜੀ, ਜ਼ਿਆਦਾ ਗੱਲਾਂ ਨਾ ਕਰਦੇ ਹੋਏ ਸਟਾਰਟ ਕਰਦੇ ਹਾਂ। ਤੁਸੀਂ ਨਾਲ ਦੀ ਨਾਲ ਉੱਤਰ ਕਮੈਂਟ ਬਾਕਸ ਦੇ ਵਿੱਚ ਪਾਈ ਜਾਣੇ। ਤੁਸੀਂ ਸੈਲਫ ਐਨਾਲਾਈਜ਼ ਕਰਨਾ ਕਿ ਤੁਹਾਡੇ 30 ਦੇ ਵਿੱਚੋਂ ਕਿੰਨੇ ਠੀਕ ਸੀਗੇ। ਸੋ ਮੈਨੂੰ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਮੇਰਾ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਚਲੋ ਮੈਨੂੰ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲ ਜਾਂਦਾ। ਮੈਂ ਵੀ ਬਹੁਤ ਟਾਈਮ ਹੋ ਗਿਆ, 8 ਸਾਲ ਪਹਿਲਾਂ ਪੜ੍ਹੇ ਸੀਗੇ ਤੇ ਹੁਣ ਤਾਂ ਬਹੁਤ ਭੁੱਲ ਚੁੱਕੀਆਂ। A development perspective involves concern with change occurring over time in ਵਿਕਾਸ ਪਰਿਪੇਖ ਸਮੇਂ ਦੇ ਨਾਲ ਕਿਸ ਵਿੱਚ ਵਾਪਰੇ ਪਰਿਵਰਤਨਾਂ ਨਾਲ ਸੰਬੰਧਿਤ ਹੈ। ਫਾਰਮ यानी कि रूप, रेट यानी कि मुल, सीक्वेंस यानी कि अनुक्रम, डी यानी कि उपरोक्त सारे। ਤਾਂ ਇਹਦਾ ਆਨਸਰ ਹੈ ਜੀ, ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ। ਵੈਸੇ ਜ਼ਿਆਦਾਤਰ ਜਿੱਥੇ ਉਪਰੋਕਤ ਸਾਰੇ ਹੁੰਦਾ ਉਹਦੇ ਉੱਤਰ ਜ਼ਿਆਦਾਤਰ ਉਪਰੋਕਤ ਸਾਰੇ ਹੁੰਦਾ। ਜ਼ਿਆਦਾਤਰ 90% ਦੇ ਚਾਂਸਸ ਨੇ, ਤਾਂ ਤੁਸੀਂ ਉਪਰੋਕਤ ਸਾਰੇ ਲਾ ਦਿਓ। ਜਿਹੜਾ ਡਿਵੈਲਪਮੈਂਟ ਹੈ ਜੀ ਉਹ ਰੂਪ ਵੀ ਹੈ, ਮੁੱਲ ਵੀ ਹੈ ਤੇ ਅਨੁਕਰਮ ਵੀ ਹੈ। ਥਿੰਕਿੰਗ ਪ੍ਰੋਸੈਸ ਇਨਵੋਲਵਡ ਇਨ producing an idea or concept that is new, original and useful is termed as। ਨਵੇਂ ਮੌਲਿਕ ਅਤੇ ਉਪਯੋਗੀ ਵਿਚਾਰ ਜਾਂ ਧਾਰਨਾ ਨੂੰ ਪੈਦਾ ਕਰਨ ਵਿੱਚ ਨਿਹਿਤ ਚਿੰਤਨ ਪ੍ਰਕਿਰਿਆ ਨੂੰ ਆਖਿਆ ਜਾਂਦਾ ਹੈ। ਮਤਲਬ ਹੁਣ ਜਿਹੜੇ ਵਰਡ ਆਪਾਂ ਨੂੰ ਪੰਜਾਬੀ 'ਚ ਨਹੀਂ ਪਤਾ ਲੱਗਦਾ ਉਹ ਇੰਗਲਿਸ਼ 'ਚ ਪਤਾ ਲੱਗ ਜਾਂਦਾ ਹੈ। ਸੋ ਫਸਟ ਇਜ਼ ਕ੍ਰੀਏਟੀਵਿਟੀ, ਸੈਕੰਡ ਇਜ਼ ਇਨੋਵੇਸ਼ਨ, ਥਰਡ ਇਜ਼ ਇੰਟੈਲੀਜੈਂਸ ਐਂਡ ਫੋਰਥ ਇਜ਼ ਸਾਇਨੈਕਟਿਕਸ। ਨਵੇਂ, ਜਦੋਂ ਵੀ ਨਵੇਂ ਦੀ ਗੱਲ ਚੱਲਦੀ ਹੈ ਤਾਂ ਉਹ ਰਚਨਾਤਮਕ ਹੀ ਹੁੰਦਾ। ਕ੍ਰੀਏਟੀਵਿਟੀ ਆਊਗਾ ਜੀ। ਦੀ ਟ੍ਰਾਂਸਮਿਸ਼ਨ ਆਫ ਟ੍ਰੇਟਸ ਫਰੋਮ ਪੇਰੈਂਟਸ ਟੂ ਆਫਸਪ੍ਰਿੰਗ ਇਜ਼ ਕਾਲਡ। ਮਾਪਿਆਂ ਤੋਂ ਬੱਚਿਆਂ ਤੱਕ ਗੁਣਾਂ ਦੇ ਸੰਚਾਰ ਨੂੰ ਕੀ ਆਖਦੇ ਹਨ। ਵਾਤਾਵਰਨ, ਜੀਨਸ, ਵਿਰਾਸਤ, ਸਮਸਥਿਤੀ। ਮੇਬੀ ਇਹਦਾ ਆਨਸਰ ਜਿਹੜਾ ਆਊਗਾ ਉਹ ਆਊਗਾ ਜੀ ਹੈਰੀਡਿਟੀ ਹੁੰਦੀ ਆ। ਉਹ ਜਿਹੜੀ ਵੀ ਆਪਾਂ ਨੂੰ ਮਾਪਿਆਂ ਤੋਂ ਮਿਲਦੀ ਆ ਉਹ ਹੈਰੀਡਿਟੀ ਹੀ ਹੁੰਦਾ। ਅਨੁਵਾਂਸ਼ਿਕਤਾ ਬੋਲਦੇ ਨੇ ਇਹਨੂੰ ਸ਼ੁੱਧ ਹਿੰਦੀ ਦੇ ਵਿੱਚ। ਵਿਚ ਆਫ ਦੀ ਫੋਲੋਇੰਗ ਥਿਓਰੀਜ਼ ਆਈਡੈਂਟੀਫਾਈਜ਼ 4 ਸਟੇਜਸ ਆਫ ਚਾਈਲਡਸ ਡਿਵੈਲਪਮੈਂਟ, ਸੈਂਸਰੀ ਮੋਟਰ, ਪ੍ਰੀ ਆਪਰੇਸ਼ਨਲ, CF। ਦੇਖੋ ਹੁਣੀ ਮੈਂ ਪੀਸਟੈਟ 1 ਦੇ ਵਿੱਚ ਦੱਸ ਕੇ ਹਟਿਆ ਸੀਗਾ। ਪਿਆਜੇ ਦੀ ਜਿਹੜੀ ਥਿਓਰੀ ਸੀ ਉਹਦੀ 4 ਸਟੇਜਾਂ ਸੀ। SP ਆਇਆ, SP ਦਾ ਮਤਲਬ ਸੈਂਸਰੀ, P ਦਾ ਦਾ ਮਤਲਬ ਪ੍ਰੀ ਐਂਡ C ਦਾ ਮਤਲਬ ਕੈਜੂਅਲ ਯਾਨੀ ਦੱਸਿਆ ਸੀ ਤੁਹਾਨੂੰ, ਤੇ P ਦਾ ਮਤਲਬ F ਦਾ ਮਤਲਬ ਦੱਸਿਆ ਸੀ ਫਾਰਮਲ। SPCF ਫਾਰਮਲ, ਠੀਕ ਹੈ ਜੀ ਲਾਸਟ ਤੇ। ਸੋ ਸਿਧਾਂਤ ਬੱਚੇ ਦੇ ਬੌਧਿਕ ਵਿਕਾਸ ਦੀਆਂ 4 ਅਵਸਥਾਵਾਂ ਦੀ ਪਹਿਚਾਣ ਕਰਦਾ ਹੈ। ਸੰਵੇਦੀ, ਮੋਟਰ, ਪੂਰਵ ਸੰਚਾਲਕ, ਸਥੂਲ ਸੰਚਾਲਕ ਅਤੇ ਉਪਚਾਰਕ। ਇਹ ਕਿਹੜਾ ਸਿਧਾਂਤ ਹੈ ਜੀ, ਦੱਸੋ ਜੀ। ਵੈਰੀ ਗੁੱਡ, ਕਿਉਂਕਿ ਇਹ ਸਿਧਾਂਤ ਜਿਹੜਾ ਦਿੱਤਾ ਸੀ ਪਿਆਜੇ ਨੇ ਦਿੱਤਾ ਸੀ ਜੀ, ਤਾਂ ਇਹਦਾ ਆਨਸਰ ਵੀ ਪਿਆਜੇ ਹੀ ਆਊਗਾ। ਜੀਨ ਪਿਆਜੇ ਥਿਓਰੀ ਆਫ ਕੋਗਨੀਟਿਵ ਡਿਵੈਲਪਮੈਂਟ। ਇਹ ਕੋਗਨੀਟਿਵ ਡਿਵੈਲਪਮੈਂਟ ਦੀ ਥਿਓਰੀ ਸੀ ਜੀਨ ਪਿਆਜੇ ਦੀ। Which of the following is not the benefit of integrating student centered learning into the curriculum। ਵਿਦਿਆਰਥੀ ਕੇਂਦਰਿਤ ਸਿੱਖਿਆ ਪ੍ਰਾਪਤੀ ਨੂੰ ਪਾਠਕ੍ਰਮ ਨਾਲ ਜੋੜਨ ਦਾ ਕਿਹੜਾ ਲਾਭ ਨਹੀਂ ਹੈ। ਨੰਬਰ 1, ਵਿਦਿਆਰਥੀਆਂ ਦੀ ਅਭਿਪ੍ਰੇਰਨਾ ਨੂੰ ਮਜ਼ਬੂਤ ਕਰਦਾ ਹੈ। ਹਮ ਰੁਤਬਾ ਸਾਥੀਆਂ ਨਾਲ ਸੰਚਾਰ ਨੂੰ ਵਧਾਉਂਦਾ ਹੈ। ਵਿਦਿਆਰਥੀ ਅਧਿਆਪਕ ਸੰਬੰਧ ਕਾਇਮ ਕਰਦਾ ਹੈ। ਖੋਜ ਕ੍ਰਿਆਸ਼ੀਲ ਸਿੱਖਿਆ ਪ੍ਰਾਪਤੀ ਵਿੱਚ ਰੁਕਾਵਟ ਬਣਦਾ ਹੈ। ਮੇਬੀ ਇਹਦਾ ਆਨਸਰ ਜਿਹੜਾ ਆਊਗਾ D ਆਊਗਾ ਜੀ, ਕਿਉਂਕਿ ਜਿਹੜੀ ਇਹ ਥਿਓਰੀ ਹੈ, ਜਿਹੜਾ ਇਹ ਆਪਾਂ ਕਹਿ ਦਿੰਦੇ ਵੀ ਕਰਿਕੂਲਮ ਦੇ ਵਿੱਚ ਸਟੂਡੈਂਟ ਦੇ ਸੈਂਟਰ ਨੂੰ ਰੱਖ ਕੇ ਮੋਟੀਵੇਸ਼ਨ ਤਾਂ ਦਿੰਦਾ ਹੀ ਦਿੰਦਾ ਜੀ ਸਟੂਡੈਂਟ ਨੂੰ, ਤੇ ਹਮ ਰੁਤਬਾ ਸਾਥੀਆਂ ਨੂੰ ਵੀ ਦਿੰਦਾ, ਸੰਚਾਰ ਨੂੰ ਵਧਾਉਂਦਾ ਹੈ ਜਦੋਂ ਆਪਾਂ ਆਪਦੀ ਗੱਲ ਰੱਖਣ ਲੱਗ ਜਾਂਦੇ ਹਾਂ। ਦੈਨ ਵਿਦਿਆਰਥੀ ਅਧਿਆਪਕ ਸੰਬੰਧ ਕਾਇਮ ਕਰਦਾ, ਬਿਲਕੁਲ ਕਰਦਾ ਜੀ ਕਰਿਕੂਲਮ, ਤੇ ਜਿਹੜਾ ਹੈਗਾ ਉਹ ਰੁਕਾਵਟ ਨਹੀਂ ਪੈਦਾ ਕਰਦਾ ਬਲਕਿ ਬਣਾਉਂਦਾ ਹੈ। ਵਿਚ ਵਨ ਆਫ ਦੀ ਥਿਓਰੀ ਆਫ ਇੰਟੈਲੀਜੈਂਸ advocates the presence of general intelligence G and specific intelligence is S। ਬੁੱਧੀ ਦਾ ਕਿਹੜਾ ਸਿਧਾਂਤ ਸਧਾਰਨ ਬੁੱਧੀ G ਐਂਡ ਵਿਸ਼ਿਸ਼ਟ ਬੁੱਧੀ ਸਪੈਸੀਫਿਕ ਯਾਨੀ ਕਿ ਸਪੈਸੀਫਿਕ ਇੰਟੈਲੀਜੈਂਸ ਮੌਜੂਦਗੀ ਦੀ ਵਕਾਲਤ ਕਰਦਾ ਹੈ। ਦੱਸੋ ਜੀ ਇਹਦਾ ਉੱਤਰ। ਵੈਰੀ ਗੁੱਡ, ਇਹਦਾ ਉੱਤਰ ਆਊਗਾ ਜੀ ਸਪੀਅਰਮੈਨਸ 2 ਫੈਕਟਰ ਥਿਓਰੀ। 2 ਫੈਕਟਰ ਥਿਓਰੀ ਦਾ ਮਤਲਬ ਇੱਕ S ਐਂਡ G, ਸਪੀਅਰਮੈਨ ਆਊਗਾ ਜੀ। ਇਮੇजेस, concepts, symbol, signs, language, muscle activity and brain function are involved in। ਬਿੰਬ, ਧਾਰਨਾਵਾਂ, ਪ੍ਰਤੀਕ ਅਤੇ ਚਿੰਨ੍ਹ
ਭਾਸ਼ਾ ਸਰੀਰਕ ਗਤੀਵਿਧੀਆਂ ਅਤੇ ਦਿਮਾਗੀ ਕਾਰਜ ਕਿਸ ਵਿੱਚ ਨਿਹਿਤ ਹਨ? ਅਨੁਕੂਲਨ, ਪ੍ਰੇਰਕ ਵਿਕਾਸ, ਸਮੱਸਿਆ ਦਾ ਸਮਾਧਾਨ, ਚਿੰਤਨ ਪ੍ਰਕਿਰਿਆ। ਇਹਦਾ ਉੱਤਰ ਦੱਸੋ ਜੀ ਤੁਸੀਂ, ਸ਼ਾਬਾਸ਼। ਇਹਦਾ ਉੱਤਰ ਆਊਗਾ ਜੀ ਥਿੰਕਿੰਗ ਪ੍ਰੋਸੈਸ, ਯਾਨੀ ਕਿ ਚਿੰਤਨ ਪ੍ਰਕਿਰਿਆ। ਠੀਕ ਹੈ ਜੀ, ਚਿੰਤਾ ਕਰਾਂਗੇ ਤਾਂ ਹੀ ਆਪਾਂ ਨੂੰ ਸਮਝ ਆਊਗਾ ਨਾ ਸਾਰੀ ਚੀਜ਼ਾਂ ਦਾ। ਚਿੰਤਨ, ਚਿੰਤਾ ਨਹੀਂ, ਚਿੰਤਨ ਕਰਾਂਗੇ। ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਐਨ ਐਲੀਮੈਂਟ ਆਫ ਲਰਨਿੰਗ ਇਵੈਂਟ। ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈਗਾ ਕਿ ਲਰਨਿੰਗ ਇਵੈਂਟ ਨਹੀਂ ਹੈਗਾ? ਕਿਹੜਾ ਸਿੱਖਿਆ ਪ੍ਰਾਪਤੀ ਘਟਨਾ ਦਾ ਤੱਤ ਨਹੀਂ ਹੈ? ਸਿੱਖਿਆਰਥੀ, ਆਂਤਰਿਕ ਹਾਲਤ, ਉਦੀਪਨ, ਅਧਿਆਪਨ। ਮੇ ਬੀ ਇਹਦਾ ਹੋਊਗਾ ਇੰਟਰਨਲ ਕੰਡੀਸ਼ਨਲਸ, ਮੇ ਬੀ। ਬਾਕੀ ਤੁਸੀਂ ਦੱਸੋ ਜੀ ਕਿਹੜਾ ਹੋ ਸਕਦਾ ਹੈ? ਕਿਹੜਾ ਸਿੱਖਿਆ ਪ੍ਰਾਪਤੀ ਘਟਨਾ ਦਾ ਤੱਤ ਨਹੀਂ ਹੈ? ਅਧਿਆਪਨ ਨਹੀਂ ਹੈ ਕਹਿੰਦੇ ਜੀ। ਆਂਤਰਿਕ ਹਾਲਾਤ ਵੀ ਹੋ ਸਕਦੇ ਆ, ਸਟੈਮੂਲੇਸ਼ਨ, ਉਦੀਪਨ ਮਤਲਬ ਸਟਿਮੂਲੇਟ। ਸ਼ਾਬਾਸ਼ ਸ਼ਾਬਾਸ਼ ਬੇਟਾ, ਵੈਰੀ ਗੁੱਡ, ਤੂੰ ਕਰ ਸਕਦਾ, ਉਹ ਤਾਂ ਹੈਗਾ ਹੀ ਹੈ। ਕਹਿੰਦੇ ਅਧਿਆਪਨ ਨਹੀਂ ਹੈਗਾ ਜੀ। ਤੁਸੀਂ ਦੱਸੋ ਜੀ। ਬਾਕੀ ਮੇਰੇ ਹਿਸਾਬ ਨਾਲ ਤਾਂ ਇਹੀ ਸੀਗਾ, ਬਾਕੀ ਅਧਿਆਪਨ ਹੈ ਕਹਿੰਦੇ ਜੀ। ਠੀਕ ਹੈ ਜੀ, ਅਧਿਆਪਨ ਉੱਤਰ ਹੈ ਜੀ ਡੀ। ਵਿਚ ਵਨ ਆਫ ਦੀ ਫੋਲੋਇੰਗ ਥਿਓਰੀਜ਼ ਵਿਊ ਦੈਟ ਬਿਹੇਵੀਅਰ could be shaped through successive approximation and reinforcement of response more nearly approaching desired behavior। ਇਹਦਾ ਆਊਗਾ ਜੀ ਸੀ ਉੱਤਰ ਹੈ ਜੀ ਸਕ੍ਰਿਆ ਅਨੁਕੂਲਨ, ਅਪਰੈਂਟ ਕੰਡੀਸ਼ਨਿੰਗ। ਅਪਰੈਂਟ ਕੰਡੀਸ਼ਨਿੰਗ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਅਪਰੈਂਟ ਕੰਡੀਸ਼ਨਿੰਗ ਦੀ ਥਿਓਰੀ ਕਿਸਨੇ ਦਿੱਤੀ? A process by which a parent assumes that his child's traits are all positive because one trait is positive is termed as। ਉਹ ਪ੍ਰਕਿਰਿਆ ਜਿਸ ਰਾਹੀਂ ਮਾਪੇ ਮੰਨ ਲੈਂਦੇ ਹਨ ਕਿ ਉਹਨਾਂ ਦੇ ਬੱਚੇ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਸਕਾਰਾਤਮਕ ਹਨ ਕਿਉਂਕਿ ਇਹ ਵਿਸ਼ੇਸ਼ਤਾ ਸਕਾਰਾਤਮਕ ਹੈ ਆਖਦੇ ਹਨ। ਇਹਦਾ ਉੱਤਰ ਆਊਗਾ ਜੀ ਹਾਲੋ ਇਫੈਕਟ। ਹਾਲੋ ਇਫੈਕਟ। ਓਕੇ ਓਕੇ ਠੀਕ ਹੈ ਜੀ। ਕਹਿੰਦਾ ਰਮੇਸ਼ ਅਤੇ ਅੰਕਿਤ ਦਾ 120 ਦਾ ਸਮਾਨ IQ ਹੈ। ਰਮੇਸ਼ ਅੰਕਿਤ ਤੋਂ 2 ਸਾਲ ਛੋਟਾ ਹੈ। ਜੇ ਅੰਕਿਤ ਦੀ ਉਮਰ 12 ਸਾਲ ਹੈ ਤਾਂ ਰਮੇਸ਼ ਦੀ ਮਾਨਸਿਕ ਉਮਰ ਕਿੰਨੀ ਹੈ? ਇਹਦਾ ਉੱਤਰ ਆਊਗਾ ਜੀ 12। ਰਮੇਸ਼ ਅਤੇ ਅੰਕਿਤ ਦਾ 120 ਦਾ ਸਮਾਨ IQ ਹੈ। ਰਮੇਸ਼ ਅੰਕਿਤ ਤੋਂ 2 ਸਾਲ ਛੋਟਾ ਹੈ। ਜੇ ਅੰਕਿਤ ਦੀ ਉਮਰ 12 ਸਾਲ ਹੈ ਤਾਂ ਰਮੇਸ਼ ਦੀ ਉਮਰ ਕਿੰਨੀ ਹੋਵੇਗੀ? IQ ਜਦੋਂ ਸਮਾਨ ਹੈ ਤਾਂ ਰਮੇਸ਼ ਦੀ ਮਾਨਸਿਕ ਉਮਰ ਤਾਂ ਉਨੀ ਹੋਊਗੀ ਨਾ। ਸੋ ਵਿਚ ਆਫ ਦੀ ਫੋਲੋਇੰਗ, ਇਹਦਾ 12 ਉੱਤਰ ਆਊਗਾ ਜੀ 11ਵੇਂ ਦਾ। ਠੀਕ ਹੈ ਜੀ। ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਐਨ ਐਗਜ਼ਾਮਪਲ ਆਫ ਡਿਸਕ੍ਰੀਟ ਵੇਰੀਏਬਲ। ਕਿਹੜੀ ਵਿਸ਼ੇਸ਼ ਚਰ ਦੀ ਉਦਾਹਰਨ ਨਹੀਂ ਹੈ? ਇਹਦਾ ਉੱਤਰ ਆਊਗਾ ਜੀ ਉਮਰ। ਬਾਕੀ ਸਾਰੇ ਹੈਗੇ ਆ, ਲਿੰਗ ਵੀ ਹੈ, ਵਿਵਹਾਰਿਕ ਸਥਿਤੀ ਵੀ ਹੈ, ਰਿਹਾਇਸ਼ੀ ਥਾਂ ਵੀ ਹੈ, ਉਮਰ ਨਹੀਂ ਹੈਗੀ ਜੀ ਵਿਸ਼ੇਸ਼ ਚਰ ਦਾ ਉਦਾਹਰਨ। ਠੀਕ ਹੈ ਜੀ। ਐਨ ਐਪਰੋਪ੍ਰੀਏਟ ਫਾਰਮ ਆਫ ਅਸੈਸਿੰਗ ਸਟੂਡੈਂਟਸ ਪਰਫਾਰਮੈਂਸ ਇਜ਼ ਪ੍ਰੈਕਟੀਕਲ ਇਜ਼। ਪ੍ਰਯੋਗਾਂ ਵਿੱਚ ਵਿਦਿਆਰਥੀ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦਾ ਉਪਯੁਕਤ ਰੂਪ ਹੈ ਇੰਟਰਵਿਊ, ਆਬਜ਼ਰਵੇਸ਼ਨ, ਕੁਐਸਚਨਰੀ, ਰਿਟਨ ਟੈਸਟ। ਉਪਯੁਕਤ ਜਿਹੜਾ ਰੂਪ ਹੁੰਦਾ ਜੀ ਪ੍ਰਯੋਗਾਂ ਨੂੰ, ਮਤਲਬ ਜੇ ਆਪਾਂ ਪ੍ਰਯੋਗ ਦੀ ਗੱਲ ਕਰੀਏ ਤਾਂ ਆਊਗਾ ਨਿਰੀਖਣ, ਆਬਜ਼ਰਵੇਸ਼ਨ। ਦੀ ਟਾਈਪ ਆਫ ਇਵੈਲੂਏਸ਼ਨ ਵਿਚ ਇਜ਼ ਯੂਜ਼ਡ ਦੌਰਾਨ ਸਿੱਖਣ ਦੀ ਪ੍ਰਗਤੀ ਨੂੰ ਮੋਨੀਟਰ ਕਰਨ ਲਈ ਵਰਤੀ ਜਾਂਦੀ ਮੁਲਾਂਕਣ ਦੀ ਕਿਸਮ ਨੂੰ ਆਖਦੇ ਹਨ। The types of evaluation which is used to monitoring learning progress during instruction is called as। ਦੱਸੋ ਜੀ ਆਪਸ਼ਨ ਦੇ ਵਿੱਚ diagnostic evaluation, formative, placement evaluation, summative evaluation। ਸਭ ਤੋਂ ਪਹਿਲਾਂ evaluation ਦੇ ਬਾਰੇ ਪੂਰੀ ਜਾਣਕਾਰੀ ਲੈ ਲਿਓ। evaluation CCE ਹੁੰਦਾ ਕੀ ਹੈ, ਉਹਦੇ ਵਿੱਚ ਸਾਰੀਆਂ ਜਾਣਕਾਰੀਆਂ ਨੇ ਤੇ ਇਹਦਾ ਉੱਤਰ ਆਊਗਾ ਜੀ formative evaluation, ਯਾਨੀ ਕਿ B ਰਚਨਾਤਮਕ ਮੁਲਾਂਕਣ। Which one of the following is the better item of essay type of question? ਨਿਬੰਧ ਰੂਪੀ ਪ੍ਰਸ਼ਨ ਦੀ ਬਿਹਤਰ ਮੱਦ ਕਿਹੜੀ ਹੈ? ਡਿਸਕਸ਼ਨ, ਨਿਊਟਨਸ ਲਾ ਆਫ ਮੋਸ਼ਨ, ਐਕਸਪਲੇਨ ਈਚ ਆਫ ਨਿਊਟਨਸ 3 ਲਾਜ਼ ਆਫ ਮੋਸ਼ਨ, what are Newton's law of motion, write note on Newton's law of motion। ਇਹਦਾ ਉੱਤਰ ਆਊਗਾ ਜੀ B ਨਿਊਟਨ ਦੀ ਗਤੀ ਦੇ ਨਿਯਮਾਂ ਵਿੱਚੋਂ ਹਰੇਕ ਦੀ ਵਿਆਖਿਆ ਕਰੋ। ਠੀਕ ਹੈ ਜੀ, ਐਕਸਪਲੇਨ ਹੀ ਕਰਨਾ ਹੈ, ਉਹ ਤਾਂ ਬਾਕੀ ਤਾਂ ਛੋਟੇ ਛੋਟੇ ਹੋ ਗਏ, ਉਹ ਨਿਬੰਧ ਦੇ ਰੂਪ ਚ ਆ ਗਿਆ। ਸਪੈਸ਼ਲ ਨੀਡਸ ਐਜੂਕੇਸ਼ਨ ਇਜ਼ ਟਾਈਪ ਆਫ ਐਜੂਕੇਸ਼ਨ। ਵਿਸ਼ੇਸ਼ ਬੱਚਿਆਂ ਨੂੰ ਸਿੱਖਿਆ ਦੀ ਲੋੜ ਹੈ, ਇਹ ਸਿੱਖਿਆ ਦੀ ਕਿਹੜੀ ਕਿਸਮ ਹੈ? ਇਹ ਸਿੱਖਿਆ ਦੀ ਕਿਸਮ ਹੈ ਜੀ ਨਿਰਯੋਗਤਾਵਾਂ ਵਾਲੇ ਵਿਅਕਤੀਆਂ ਨੂੰ ਦਿੱਤੀ ਜਾਂਦੀ, given to person with disability। which one of the following cause does not indicate visual problem in the children? ਕਿਹੜਾ ਸੰਕੇਤ ਬੱਚਿਆਂ ਦੀਆਂ ਨਜ਼ਰਾਂ ਦੀਆਂ ਸਮੱਸਿਆਵਾਂ ਵੱਲ ਇਸ਼ਾਰਾ ਨਹੀਂ ਕਰਦਾ? ਹਿਦਾਇਤ ਦਾ ਪਾਲਣ ਕਰਨ ਵਿੱਚ ਕਠਿਨਾਈ, ਤਿਉੜੀਆਂ ਚੜਾਉਣਾ, ਠੋਕਰ ਖਾਣਾ, ਦੂਰੀ ਦਾ ਅਨੁਮਾਨ ਲਗਾਉਣ ਦੇ ਅਯੋਗ।
ਇਹਦਾ ਉੱਤਰ ਆਊਗਾ ਜੀ ਹਦਾਇਤ ਦਾ ਪਾਲਣ ਕਰਨ ਵਿੱਚ ਕਠਿਨਾਈ, ਡਿਫਿਕਲਟੀ ਇਨ ਦਾ ਫੋਲੋਇੰਗ ਡਾਇਰੈਕਸ਼ਨ। ਚਿਲਡਰਨ ਵਿਦ ਸਪੀਚ ਇੰਪੇਅਰਮੈਂਟ ਵਿਦ ਕੈਨ ਬੀ ਅਸਿਸਟ ਬਾਏ, ਬੋਲਣ ਦੇ ਵਿਕਾਰ ਵਾਲੇ ਬੱਚਿਆਂ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਜਾ ਸਕਦੀ ਹੈ। ਇਹਦਾ ਆਊਗਾ ਜੀ ਉਹਨਾਂ ਨੂੰ ਜਮਾਤ ਵਿੱਚ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨਾ, encouraging them to express thought in the classroom, ਉਹਨਾਂ ਨੂੰ ਜਮਾਤ ਵਿੱਚ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨਾ। ਇਹ ਸਹੀ ਹੈ ਜੀ, ਬਾਕੀ ਗਲਤ ਹੈ। ਦ ਗਿਫਟ ਚਾਈਲਡ, ਗਿਫਟਡ ਚਾਈਲਡ ਕਿਹਨੂੰ ਕਹਿੰਦੇ ਨੇ, ਪ੍ਰਬੁੱਧ ਬੱਚਾ ਕਿਹਨੂੰ ਕਹਿੰਦੇ ਨੇ, ਪ੍ਰਤਿਭਾਸ਼ਾਲੀ ਬਾਲਕ ਕਿਹਨੂੰ ਕਹਿੰਦੇ ਨੇ, ਪ੍ਰਤਿਭਾਸ਼ਾਲੀ ਬਾਲਕ ਕਹਿੰਦੇ ਨੇ ਜੀ ਤੇਜ਼ੀ ਨਾਲ ਅਤੇ ਸੌਖੇ ਤਰੀਕੇ ਨਾਲ ਸਿੱਖਦਾ ਹੈ, ਜੋ ਕੁਝ ਉਸਨੇ ਸੁਣਿਆ ਜਾਂ ਪੜ੍ਹਿਆ ਹੁੰਦਾ ਹੈ ਉਸਨੂੰ ਬਹੁਤ ਰੱਟੇ ਦੀ ਮੁਸ਼ੱਕਤ ਤੋਂ ਬਿਨਾਂ ਹੀ ਯਾਦ ਰੱਖਦਾ ਹੈ, ਚੀਜ਼ਾਂ ਨੂੰ ਤਰਕ ਤੇ ਪਰਖਦਾ ਹੈ। ਸਾਰੀਆਂ ਚੀਜ਼ਾਂ ਗਿਫਟਡ ਬਾਲਕ ਦੇ ਅੰਦਰ ਹੁੰਦੀਆਂ ਨੇ। ਤੁਸੀਂ ਕਿਸ ਤਰ੍ਹਾਂ ਦੇ ਬਾਲਕ ਹੋ ਤੁਸੀਂ ਕਮੈਂਟ ਬਾਕਸ 'ਚ ਲਿਖੋ। ਸਲੋ ਲਰਨਰ ਹੂਜ਼ ਐਜੂਕੇਸ਼ਨਲ ਅਟੇਨਮੈਂਟ ਫਾਲਸ ਬਿਲੋ ਦੇਅਰ ਨੇਚਰ ਐਬਿਲਿਟੀਜ਼ ਆਰ ਲੇਬਲਡ ਐਜ਼, ਮੰਦ ਸਿੱਖਿਆਰਥੀ ਜਿਨ੍ਹਾਂ ਦੀਆਂ ਸਿੱਖਿਆਤਮਕ ਪ੍ਰਾਪਤੀਆਂ ਉਹਨਾਂ ਦੀਆਂ ਪ੍ਰਕਿਰਤਕ ਯੋਗਤਾਵਾਂ ਤੋਂ ਘੱਟ ਹਨ ਉਹਨਾਂ ਨੂੰ ਆਖਿਆ ਜਾਂਦਾ ਹੈ ਪਛੜੇ ਹੋਏ। ਪ੍ਰਬੁੱਧ ਤਾਂ ਗਿਫਟਡ ਤਾਂ ਕਹਿੰਦੇ ਨਹੀਂ। ਮੈਂਟਲੀ ਰਿਟਾਰਡਡ, ਕਿਸ਼ੋਰ ਅਪਚਾਰੀ ਔਰ ਬੈਕਵਰਡ। ਸਲੋ ਲਰਨਰ ਹੂਜ਼ ਐਜੂਕੇਸ਼ਨਲ ਅਟੇਨਮੈਂਟ ਫਾਲਸ ਬਿਲੋ, ਤਾਂ ਇਹ ਮੇਰੇ ਹਿਸਾਬ ਨਾਲ ਜੀ ਉੱਤਰ ਆਊਗਾ ਪਿਛੜੇ ਹੋਏ ਯਾਨੀ ਕਿ ਬੈਕਵਰਡ ਸਟੂਡੈਂਟ। ਵੈਨ ਡਿਲੀਵਰਿੰਗ ਐਨ ਇਫੈਕਟਿਵ ਲੈਕਚਰ ਇਨ ਕਲਾਸਰੂਮ ਅ ਟੀਚਰ ਅਰਥਪੂਰਨ ਸੰਕੇਤਾਂ ਦਾ ਪ੍ਰਯੋਗ ਕਰਦਾ ਹੈ। employs meaningful gesture, an example of media that transports learners to remote by means of visualized report is, ਉਸ ਮਾਧਿਅਮ ਦੀ ਉਦਾਹਰਣ ਜਿਹੜਾ ਸਿੱਖਿਆਰਥੀਆਂ ਨੂੰ ਦੇਖਣ ਯੋਗ ਰਿਪੋਰਟਾਂ ਦੇ ਸਾਧਨਾਂ ਰਾਹੀਂ ਦੁਰਵਰਤੀ ਥਾਵਾਂ ਤੇ ਲੈ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ। ਉਸ ਨੂੰ ਕਹਿੰਦੇ ਹਨ ਜੀ ਸਿੱਖਿਆਰਥੀ ਟੈਲੀਵਿਜ਼ਨ, ਐਜੂਕੇਸ਼ਨਲ ਟੈਲੀਵਿਜ਼ਨ। ਕਮਿਊਨੀਕੇਸ਼ਨ ਵਿਦ ਸਟੂਡੈਂਟ ਮੀਨਸ, ਵਿਦਿਆਰਥੀਆਂ ਨਾਲ ਸੰਚਾਰ ਦਾ ਮਤਲਬ ਹੈ ਉਹਨਾਂ ਨੂੰ ਕੰਮ ਕਰਨ ਲਈ ਆਖਣਾ, ਵਿਚਾਰ ਵਟਾਂਦਰਾ, ਐਕਸਚੇਂਜ ਆਫ ਆਈਡੀਆਜ਼, ਗਿਵਿੰਗ them ਡਾਇਰੈਕਸ਼ਨ, ਇਨਫੋਰਮਿੰਗ them of your ideas। ਵਿਦਿਆਰਥੀਆਂ ਨਾਲ ਸੰਚਾਰ ਦਾ ਹੈ ਐਕਸਚੇਂਜ ਆਫ ਆਈਡੀਆਜ਼। ਬੀ ਹੈ ਜੀ ਦੀ ਫਸਟ ਸਟੇਜ ਇਨ ਦੀ ਲਰਨਿੰਗ ਆਫ ਸਕਿੱਲ ਇਜ਼ precision, manipulation, coordination, imitation। I think imitation ਆਊਗਾ ਸਭ ਤੋਂ ਪਹਿਲਾਂ, ਅਨੁਕਰਨ ਕਰਨਾ ਚਾਹੀਦਾ। ਵਿੱਚ of the following is not an example of concrete concept। concrete concept ਦਾ ਜਿਹੜਾ ਹੈਗਾ ਯੋਗਤਾ, ਕੁਰਸੀ, ਬਲ, ਗਤੀ। ਇਹਦਾ ਮੇਬੀ ਕੁਰਸੀ ਆਊਗਾ ਜੀ, ਇਹਦਾ ਆਊਗਾ ਜੀ ਯੋਗਤਾ, ਐਬਿਲਿਟੀ। ਕੰਕਰੀਟ ਕੰਸੈਪਟ ਦਾ ਉਦਾਹਰਨ ਨਹੀਂ ਹੈਗਾ। ਠੀਕ ਹੈ ਜੀ, ਅੱਗੇ ਆਊਗਾ ਦੀ ਰੀਡਿੰਗ ਟੈਕਨੀਕ that would be employed to locate terms and reference in an index of or thesaurus is, ਪੜ੍ਹਨ ਦੀ ਤਕਨੀਕ ਜਿਸ ਦੀ ਵਰਤੋਂ ਅਨੁਕਰਮਿਕਤਾ ਜਾਂ ਸਮ ਅਰਥ ਕੋਸ਼ ਵਿੱਚ ਪਦਾਂ ਅਤੇ ਸੰਦਰਭ ਲੱਭਣ ਵਾਸਤੇ ਕੀਤੀ ਜਾਵੇਗੀ ਉਸ ਨੂੰ ਆਖਦੇ ਹਨ ਜੀ ਸਕੈਨਿੰਗ। ਕੀ ਬੋਲਦੇ ਆ ਜੀ ਸਕੈਨਿੰਗ। ਪੜ੍ਹਨ ਦੀ ਤਕਨੀਕ ਜਿਸ ਦੀ ਵਰਤੋਂ ਅਨੁਕਰਮਿਕਤਾ ਲਈ ਇਹਨੂੰ ਸਕੈਨਿੰਗ ਬੋਲਦੇ ਆ। ਮੋਟੀਵੇਸ਼ਨ ਬਿਗਨਸ ਵਿਦ ਨੀਡ ਐਗਜ਼ਿਸਟ ਇਨ ਆਲ ਆਫ ਅਸ, the need that the student would tend to fulfill first pertains to, ਅਭਿਪ੍ਰੇਰਣ ਲੋੜਾਂ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਸਾਡੇ ਸਾਰਿਆਂ ਵਿੱਚ ਵਿਦਮਾਨ ਹੈ। ਜਿਸ ਲੋੜ ਨੂੰ ਵਿਦਿਆਰਥੀ ਸਭ ਤੋਂ ਪਹਿਲਾਂ ਪੂਰੀ ਕਰਨਾ ਚਾਹੇਗਾ ਉਸ ਦਾ ਸੰਬੰਧ ਕਿਸ ਨਾਲ ਹੈ। ਉਸ ਦਾ ਸੰਬੰਧ ਹੈ ਜੀ ਸਾਈਕੋਲੋਜੀਕਲ, ਸੋਸ਼ੀਓਲੋਜੀਕਲ ਹੈ ਜੀ, ਸੋਸ਼ੀਓਲੋਜੀਕਲ ਯਾਨੀ ਕਿ ਸਰੀਰਿਕ। 28ਵਾਂ ਪ੍ਰਸ਼ਨ ਹੈ ਜਮਾਤ ਵਿੱਚ ਵਿਸ਼ੇ ਦੀ ਪਹਿਚਾਣ ਦੇਣ ਲਈ ਅਧਿਆਪਕ ਨੂੰ ਪਹਿਲੀ ਗਤੀਵਿਧੀ ਕੀ ਕਰਨੀ ਚਾਹੀਦੀ ਹੈ। For introducing a topic in classroom, what activity should do a teacher first? ਇਹਦਾ ਉੱਤਰ ਆਊਗਾ ਜੀ ਤਰਕ ਆਧਾਰ ਦੀ ਵਿਆਖਿਆ ਕਰਨਾ, explain the rationale। Which one of the following is an example of reinforcement? ਸੁਦ੍ਰਿੜੀਕਰਨ ਪੁਨਰਬਲਨ ਦੇ ਉਦਾਹਰਣ ਹੈ। ਨਹੀਂ ਲਤਾ ਉੱਤਰ 45 ਨਹੀਂ ਹੈ। ਕਮਲਾ ਕੀ ਤੂੰ ਕਿਰਤੀ ਕੀ ਉਸਦੇ ਚਿੱਤਰ ਵਿੱਚ ਸਹਾਇਤਾ ਨਹੀਂ ਕਰ ਸਕਦੀ। ਨਹੀਂ ਹਮੇਸ਼ਾ ਵਾਂਗ ਤੁਸੀਂ ਗਲਤ ਹੋ। ਸੁਨੀਤਾ ਤੁਸੀਂ ਠੀਕ ਹੀ ਕਿਹਾ ਹੈ। ਡੀ ਉੱਤਰ ਆਊਗਾ ਜੀ 29ਵੇਂ ਦਾ ਡੀ। ਜੇ ਨੈਗੇਟਿਵ ਹੁੰਦਾ ਤਾਂ ਫਿਰ ਆਪਾਂ ਹੋਰ ਹੁੰਦਾ, ਇਹਦਾ ਉੱਤਰ ਆਊਗਾ ਡੀ। ਸੁਨੀਤੀ ਤੁਸੀਂ ਠੀਕ ਹੀ ਕਿਹਾ। ਸੈਲਫ ਸਟੱਡੀ ਹੈਬਿਟ, ਰੈਨਫੋਰਸਮੈਂਟ ਦਾ ਮਤਲਬ ਹੁੰਦਾ ਸ਼ਾਬਾਸ਼ ਦੇਣੀ, ਮਤਲਬ ਕਿਸੇ ਚੀਜ਼ ਨੂੰ ਉਹਨੂੰ ਕਹਿ ਕੇ ਵੀ ਹਾਂ ਬੇਟਾ ਸ਼ਾਬਾਸ਼, ਯੂ ਕੈਨ ਡੂ ਇਟ। ਇਹ ਚੀਜ਼ਾਂ ਸੈਲਫ ਸਟੱਡੀ ਹੈਬਿਟ ਕੈਨ ਬੀ ਡਿਵੈਲਪ ਇਨ ਦ ਚਿਲਡਰਨ ਬਾਈ, ਬੱਚਿਆਂ ਵਿੱਚ ਸਵੈ ਅਧਿਆਪਨ ਦੀ ਅਧਿਕ੍ਰਿਆ ਆਦਤ ਕਿਸ ਤਰ੍ਹਾਂ ਵਿਕਸਿਤ ਕੀਤੀ ਜਾ ਸਕਦੀ ਹੈ।
ਮਹਾਨ ਵਿਅਕਤੀਆਂ ਦੀ ਉਦਾਹਰਨਾਂ ਦੇ ਕੇ ਸਵੈ ਅਧਿਐਨ ਉੱਤੇ ਲੈਕਚਰ ਦੇ ਕੇ ਆਪਣੀ ਉਦਾਹਰਨ ਦੇ ਕੇ ਨਵਾਂ ਸਹਾਇਤ ਉਪਲਬਧ ਕਰਵਾ ਕੇ। ਇਹਦਾ ਉੱਤਰ ਆਊਗਾ ਜੀ ਨਵਾਂ ਸਹਾਇਤ ਉਪਲਬਧ ਕਰਾ ਕੇ। ਠੀਕ ਹੈ ਜੀ। ਹੁਣ ਤੁਸੀਂ ਇੱਕ ਚੀਜ਼ ਦੇਖਣੀ ਹੈ ਕਿ ਮੰਨ ਲਓ ਤੁਹਾਨੂੰ ਕੋਈ ਕੁਐਸਚਨ ਨਹੀਂ ਆ ਰਿਹਾ ਤੇ ਜਿਹੜੇ ਹੁਣ ਤੱਕ ਤੁਸੀਂ ਪ੍ਰਸ਼ਨ ਕੀਤੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਉੱਤਰ ਕਿਹੜਾ ਆਇਆ, ਤੇ ਤੁਸੀਂ ਐਂਡ ਤੇ ਜੇਕਰ ਤੁਹਾਡਾ ਕੋਈ ਬਚ ਜਾਂਦਾ ਤਾਂ ਤੁਸੀਂ ਉਹਦੇ ਤੇ ਹੀ ਉੱਤਰ ਲਾ ਦਿਓ। ਮੰਨ ਲਓ ਤੁਹਾਡੇ 10 ਪ੍ਰਸ਼ਨ ਰਹਿ ਗਏ ਤਾਂ 10 ਦੇ ਉੱਤੇ ਜਿਹੜੇ ਤੁਸੀਂ ਲਾਏ ਸਭ ਤੋਂ ਜ਼ਿਆਦਾ ਤੁਸੀਂ ਉਹ ਦੇਖ ਲਿਓ, ਫਿਰ ਐਂਡ ਤੇ ਤੁਸੀਂ ਉਹੀ ਲਾ ਦਿਓ, ਉਹੀ ਉੱਤਰ ਆਉਣਗੇ। ਜ਼ਿਆਦਾਤਰ ਤੁੱਕੇ ਲੱਗ ਸਕਦੇ ਆ ਜੀ। ਉਮੀਦ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇਕਰ ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਬੱਚੇ